ਤੇ ਖੇਲਦੇ ਖੇਲਦੇ ਬਾਲ ਨਾਲ ਅਸੀਂ ਕੈਚ ਖੇਲ ਰਹੇ ਸੀ। ਜਿਹੜੀ ਬਾਲ ਸੀ ਉਹ ਬਿਲਕੁਲ ਰੇਲਿੰਗ ਦੇ ਕੋਲ ਚਲੀ ਗਈ। ਮੇਰਾ ਹੱਥ ਉਹਦੀ ਵਜ੍ਹਾ ਨਾਲ ਜਿਹੜਾ ਗਿਆ ਥੋੜਾ ਜਿਹਾ ਬਾਹਰ ਚਲੇ ਗਿਆ ਤੇ ਵਾਇਰ ਨਾਲ ਕੰਟੈਕਟ ਵਿੱਚ ਆ ਗਿਆ 11000 ਵੋਲਟਸ ਦੀ ਵਾਇਰ ਨਾਲ। ਮੇਰੇ ਹੱਥਾਂ ਤੋਂ ਉੱਪਰ ਮੇਰੇ ਕੋਨੀਆ ਦੀ ਤਰਫ ਚਲੀ ਗਈ ਸੀ ਤੇ ਉਹਨਾਂ ਨੇ ਆਪਰੇਟ ਕੀਤਾ। ਪਹਿਲੇ ਹੱਥਾਂ ਤੋਂ ਇਨਫੈਕਸ਼ਨ ਉੱਥੇ ਨਹੀਂ ਰੁਕੀ ਤੇ ਫਿਰ ਉਹਨਾਂ ਨੇ ਆਪਰੇਟ ਕੀਤਾ ਕੋਨੀਆ ਤੋਂ, ਇਨਫੈਕਸ਼ਨ ਉੱਥੇ ਵੀ ਨਹੀਂ ਰੁਕੀ। ਉਹ ਦਿਨ ਸੀ ਕਿ ਜਿਸ ਦਿਨ ਮੈਨੂੰ ਪਹਿਲੀ ਵਾਰੀ ਆਈਡੀਆ ਲੱਗਿਆ, 1 ਮਹੀਨਾ ਜਾਂ 1.5 ਮਹੀਨੇ ਬਾਅਦ ਦੀ ਗੱਲ ਹੈ, ਕਿ ਮੈਂ ਆਪਣੇ ਦੋਨੋਂ ਆਰਮਸ ਖੋ ਚੁੱਕਾ। मैं एक जनरली नॉर्मल मिडल क्लास फैमिली बॉर्न होया सी एज अ जर्नल एबल्ड पर्सन, बट एट द एज ऑफ 11 आई मैट विद एन एक्सीडेंट विच वॉज अ इलैक्ट्रिक शॉक। मेरा जो एक्सीडेंट होया सी वो होया सी 11000 वोल्ट्स दी वायर दे नाल। सत श्री अकाल सारिਆਂ ਨੂੰ। आई एम चंदीप सिंह, अ इंटरनेशनल टाइकोंडो प्लेयर, नैशनल स्विमर एंड अ नैशनल स्केटर। ਇਹ ਸਭ ਬਣਨ ਤੋਂ ਪਹਿਲੇ ਇੱਕ ਬਹੁਤ ਵੱਡੀ ਜਰਨੀ ਹੈ ਮੇਰੀ, ਜਿਹੜੀ ਮੈਂ ਤੈਅ ਕੀਤੀ ਹੈ ਰਾਈਟ ਫਰੋਮ 2011 ਟਿਲ ਨਾਓ। ਹੋਇਆ ਬੇਸਿਕਲੀ ਇਹ ਸੀ ਕਿ ਜਦੋਂ ਮੈਂ ਆਪਣੇ ਛੱਤ ਤੇ ਖੇਲ ਰਿਹਾ ਸੀ, 2 ਜਨਵਰੀ ਦਾ ਦਿਨ ਸੀ। ਛੱਤ ਤੇ ਖੇਲਦੇ ਖੇਲਦੇ ਜਿਹੜੀ ਹਾਈ ਟੈਂਸ਼ਨ ਵਾਇਰ ਸੀ 11000 ਵੋਲਟਸ ਦੀ, ਉਹ ਮੇਰੇ ਛੱਤ ਦੇ ਬਿਲਕੁਲ ਰੇਲਿੰਗਸ ਦੇ ਨਾਲ ਤੋਂ ਜਾ ਰਹੀ ਸਨ। ਤੇ ਖੇਲਦੇ ਖੇਲਦੇ ਬਾਲ ਨਾਲ ਅਸੀਂ ਕੈਚ ਖੇਲ ਰਹੇ ਸੀ। ਜਿਹੜੀ ਬਾਲ ਸੀ ਉਹ ਬਿਲਕੁਲ ਰੇਲਿੰਗ ਦੇ ਕੋਲ ਚਲੀ ਗਈ। ਮੇਰਾ ਹੱਥ ਉਹਦੀ ਵਜ੍ਹਾ ਨਾਲ ਜਿਹੜਾ ਗਿਆ ਥੋੜਾ ਜਿਹਾ ਬਾਹਰ ਚਲੇ ਗਿਆ ਤੇ ਵਾਇਰ ਨਾਲ ਕੰਟੈਕਟ ਵਿੱਚ ਆ ਗਿਆ 11000 ਵੋਲਟਸ ਦੀ ਵਾਇਰ ਨਾਲ। ਜਦੋਂ ਇਹ ਹਾਦਸਾ ਮੇਰੇ ਨਾਲ ਹੋਇਆ, ਸਭ ਤੋਂ ਪਹਿਲੇ ਮੈਨੂੰ ਜੀਐਮਸੀ ਲੁਧਿਆਣਾ ਲੈ ਕੇ ਜੀਐਮਸੀ ਜੰਮੂ ਲੈ ਕੇ ਗਏ, ਜਿਹਦੇ ਵਿੱਚ ਉਹਨਾਂ ਨੇ ਮੈਨੂੰ ਡਰੈਸਿੰਗ ਕੀਤੀ ਤੇ ਉਹਨਾਂ ਨੇ ਇੱਕ ਪਾਪਾ ਨੂੰ ਸਵਾਲ ਪੁੱਛਿਆ ਕਿ ਅਗਰ ਤੁਹਾਡੇ ਕੋਲ ਪੈਸੇ ਹੈਗੇ ਆ ਤੇ ਤੁਸੀਂ ਇਹਨੂੰ ਲੁਧਿਆਣਾ ਡੀਐਮਸੀ ਲੈ ਕੇ ਜਾਓ। ਸਰ ਜਦੋਂ ਲੁਧਿਆਣਾ ਪਾਪਾ ਨੇ ਕੋਈ ਸੋਚਿਆ ਨਹੀਂ, ਕਿਸੇ ਨੇ ਕੁਝ ਨਹੀਂ ਸੋਚਿਆ, ਉਹਨਾਂ ਨੇ ਬੋਲਿਆ ਓਕੇ ਅਸੀਂ ਇਹਨੂੰ ਡੀਐਮਸੀ ਲੈ ਕੇ ਜਾਂਦੇ ਹਾਂ, ਕਿਉਂਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਹੱਥ ਬਚ ਸਕਦੇ ਨੇ ਅਗਰ ਤੁਸੀਂ ਕਿ ਡੀਐਮਸੀ ਲੈ ਕੇ ਜਾਓ। ਉਹਨਾਂ ਕੋਲ ਬੈਟਰ ਟ੍ਰੀਟਮੈਂਟ ਆਪਸ਼ਨਸ ਐਂਡ ਬੈਟਰ ਪ੍ਰੋਸੀਜਰ ਹੈ, ਇਸ ਕਰਕੇ ਸਾਨੂੰ ਡੀਐਮਸੀ ਰੈਫਰ ਕਰਤਾ ਉਹਨਾਂ ਨੇ। ਸੋ ਡੀਐਮਸੀ ਨਾਲ ਦੇ ਨਾਲ ਅਸੀਂ ਡੀਐਮਸੀ ਨਿਕਲ ਗਏ। 8 ਘੰਟੇ ਦੀ ਡਰਾਈਵ ਸੀ। ਡੀਐਮਸੀ ਪੁੱਜ ਗਏ। ਡੀਐਮਸੀ ਅਸੀਂ ਫੋਨ ਕਰਤਾ ਸੀ ਕਿ ਅਸੀਂ ਆ ਰਹੇ ਹਾਂ ਤੇ ਆਪਰੇਸ਼ਨ ਥੀਏਟਰਸ ਵਗੈਰਾ ਸਾਰੇ ਰੈਡੀ ਰੱਖਣਾ, ਤੇ ਉਹ ਆਲਮੋਸਟ ਐਵਰੀਥਿੰਗ ਵਾਸ ਰੈਡੀ। ਬਟ ਮੇਰੇ ਨਾਲ ਖਾਲੀ ਮੇਰੀ ਮੰਮੀ ਜਾ ਸਕੇ ਔਰ ਤਾਇਆ ਜੀ ਜਾ ਸਕੇ, ਕਿਉਂਕਿ ਪਾਪਾ ਦੀ ਕੰਡੀਸ਼ਨ ਮੈਨੂੰ ਦੇਖ ਕੇ ਉਹਨਾਂ ਦੀ ਕੰਡੀਸ਼ਨ ਖਰਾਬ ਹੋ ਗਈ, ਉਹਨਾਂ ਦੇ ਬੀਪੀਜ਼ ਅਪ ਐਂਡ ਡਾਊਨ ਹੋ ਗਏ ਤੇ ਉਹ ਹਸਪੀਟਲਾਈਜ਼ਡ ਹੋ ਗਏ, ਉੱਥੇ ਹੀ 2 ਦਿਨ ਫਸੇ। ਬਟ ਜਦੋਂ ਮੈਂ ਉਧਰੋਂ ਸਾਨੂੰ ਡੀਐਮਸੀ ਲੈ ਕੇ ਗਏ, ਡੀਐਮਸੀ ਜਦੋਂ ਮੇਰਾ ਆਪਰੇਸ਼ਨ ਹੋਣ ਲੱਗਿਆ ਤੇ ਉਹਨਾਂ ਨੇ ਚੈੱਕ ਕੀਤਾ ਕਿ ਯੂਰੇਨ ਪਾਸ ਨਹੀਂ ਹੋ ਰਿਹਾ। ਸੋ ਯੂਰੇਨ ਨਾ ਪਾਸ ਹੋਣ ਦੀ ਵਜ੍ਹਾ ਨਾਲ ਉਹਨਾਂ ਨੇ ਕੀ ਕੀਤਾ, 5 ਦਿਨ ਆਪਰੇਸ਼ਨ ਡਿਲੇ ਕੀਤਾ। ਉਹਨਾਂ ਨੇ ਬੋਲਿਆ ਕਿ ਪਹਿਲੇ ਡਾਇਲਿਸਿਸ ਹੋਣਗੇ, ਜਦੋਂ ਯੂਰੇਨ ਪਾਸ ਕਰੇਗਾ, ਯੂਰੇਨ ਪਾਸ ਕਰਨ ਤੋਂ ਬਾਅਦ ਅਸੀਂ ਆਪਰੇਸ਼ਨ ਅੱਗੇ ਕਰ ਸਕਾਂਗੇ। ਸੇ ਉਹ ਆਪਰੇਸ਼ਨ ਡਿਲੇ ਹੋਣ ਦੀ ਵਜ੍ਹਾ ਨਾਲ ਜਦੋਂ ਯੂਰੇਨ ਪਾਸ ਕੀਤਾ, ਆਪਰੇਸ਼ਨ ਹੋਇਆ, ਇਨਫੈਕਸ਼ਨ ਵੱਧ ਗਈ ਸੀ ਅੱਗੇ। ਸੋ ਮੇਰੇ ਹੱਥਾਂ ਤੋਂ ਉੱਪਰ ਮੇਰੇ ਕੋਨੀਆ ਦੀ ਤਰਫ ਚਲੀ ਗਈ ਸੀ ਤੇ ਉਹਨਾਂ ਨੇ ਆਪਰੇਟ ਕੀਤਾ ਪਹਿਲੇ ਹੱਥਾਂ ਤੋਂ, ਇਨਫੈਕਸ਼ਨ ਉੱਥੇ ਨਹੀਂ ਰੁਕੀ ਤੇ ਫਿਰ ਉਹਨਾਂ ਨੇ ਆਪਰੇਟ ਕੀਤਾ ਕੋਨੀਆ ਤੋਂ, ਇਨਫੈਕਸ਼ਨ ਉੱਥੇ ਵੀ ਨਹੀਂ ਰੁਕੀ। ਹਫਤੇ ਦਾ ਗੈਪ ਸੀ ਵਿੱਚ। ਉਹਦੇ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ। 15 ਤੋਂ 20 ਦਿਨ ਹੋ ਗਏ ਸੀ ਮੈਂ ਬੈੱਡ ਤੋਂ ਥੱਲੇ ਕਦਮ ਨਹੀਂ ਰੱਖਿਆ ਸੀ ਹਾਲੇ ਤੱਕ। ਬਟ ਇੰਨੀ ਹਿੰਮਤ ਸੀ ਕਿ ਕੁਝ ਕਰਨਾ ਆਪਣੇ ਆਪ ਵਿੱਚ। ਤੇ ਮੈਨੂੰ ਯਾਦ ਹੈ ਆਈਸੀਯੂ ਵਿੱਚ ਮੈਂ ਸਾਂ ਤੇ ਉੱਥੇ ਭਈਆ ਕੋਲ ਫੋਨ ਸੀ, ਹਾਲੇ ਨਵੇਂ ਟੱਚ ਫੋਨਾਂ ਦਾ ਦੌਰ ਚੱਲਿਆ ਸੀ। ਸੋ ਉੱਥੇ ਮੈਂ ਭਈਆ ਨੂੰ ਬੋਲਿਆ ਕਿ ਭਈਆ ਜਿਹੜਾ ਤੁਹਾਡਾ ਫੋਨ ਹੈ ਪਲੀਜ਼ ਮੇਰੇ ਪੈਰਾਂ 'ਤੇ ਰੱਖੋ। ਤਾਂ ਹੀ ਵਾਜ਼ ਆਲਸੋ ਸ਼ੌਕਡ ਕਿ ਕੀ ਕਰੇਗਾ ਪੈਰਾਂ 'ਤੇ ਰੱਖ ਕੇ, ਮੈਂ ਰੱਖੋ ਬਾਕੀ ਮੈਂ ਦੇਖਾਂਗਾ। ਸੇਮ ਮੈਂ ਉਸੇ ਦਿਨ ਹੀ ਫੋਨ ਆਪਣਾ ਪੈਰਾਂ ਨਾਲ ਚਲਾਉਣਾ ਸ਼ੁਰੂ ਕਰਤਾ ਸੀ। ਹਾਲੇ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਆਰਮਸ ਨਾਲ ਕੀ ਹੋਇਆ ਕੀ ਨਹੀਂ ਹੋਇਆ, ਬਟ ਉਸ ਦਿਨ ਇਹ ਸੀ ਕਿ ਕੁਝ ਕਰਨਾ ਤੇ ਕਿਉਂਕਿ ਟਾਈਮ ਪਾਸ ਕਰਨ ਸੇ ਕੁਛ ਨਾ ਕੁਛ ਚਾਹੀਦਾ ਹੁੰਦਾ। ਸੋ ਉਸ ਦਿਨ ਮੈਂ ਆਪਣਾ ਫੋਨ ਪੈਰਾਂ ਨਾਲ ਚਲਾਉਣਾ ਸ਼ੁਰੂ ਕੀਤਾ। ਡਾਕਟਰ ਐਂਟਰ ਹੋਏ ਉਸ ਲਈ ਐਟ ਦੈਟ ਟਾਈਮ ਓਨਲੀ, ਤੇ ਡਾਕਟਰਸ ਵਰ ਸ਼ੌਕਡ ਕਿ ਇਹ ਕੀ ਹੋ ਰਿਹਾ। ਤਾਂ ਉਹਨਾਂ ਨੇ ਪਾਪਾ ਨੂੰ ਇੱਕ ਸਵਾਲ ਪੁੱਛਿਆ ਕਿ ਇਹ ਲੱਗਣ ਤੋਂ ਪਹਿਲੇ ਵੀ ਪੈਰਾਂ ਨਾਲ ਫੋਨ ਚਲਾਉਂਦਾ ਸੀ। ਪਾਪਾ ਨੇ ਵੀ ਹੱਸ ਕੇ ਕਹਿਤਾ ਕਿ ਲੱਗਣ ਤੋਂ ਪਹਿਲੇ ਹੱਥ ਹੈਗੇ ਸੀ ਤੇ ਪੈਰਾਂ ਨਾਲ ਫੋਨ ਕਿਉਂ ਚਲਾਉਣਾ ਸੀ। ਤੇ ਫਿਰ ਉੱਥੋਂ ਮੈਂ ਸ਼ੁਰੂਆਤ ਹੋਈ ਪੈਰਾਂ ਨਾਲ ਕੰਮ ਕਰਨ ਦੀ। ਜਿਹੜਾ ਮੇਰਾ 3rd ਐਂਪੂਟੇਸ਼ਨ ਸੀ, ਉਸ ਤੋਂ ਬਾਅਦ ਉਹ ਸਰਜਰੀ ਹੋਈ, ਸ਼ੋਲਡਰਸ ਤੋਂ ਕੱਟ ਕਰ ਦਿੱਤੇ ਗਏ ਮੇਰੇ ਆਰਮਸ, ਕਿਉਂਕਿ ਫॉर देम ਜਿਹੜਾ ਮੇਰਾ ਸਰਵਾਈਵਲ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀ ਰਾਦਰ ਦੈਨ ਹੈਂਡਸ। ਉਸ ਟਾਈਮ ਮੈਂ ਦੇਖਿਆ ਕਿ ਮੇਰੇ ਉਹਨਾਂ ਨੇ ਆਰਮਸ ਪੂਰੀ ਰਿਮੂਵ ਕਰ ਦਿੱਤੀਆਂ ਤੇ ਉਹ ਦਿਨ ਸੀ ਕਿ ਜਿਸ ਦਿਨ ਮੈਨੂੰ ਪਹਿਲੀ ਵਾਰੀ ਆਈਡੀਆ ਲੱਗਿਆ, 1 ਮਹੀਨਾ ਜਾਂ 1.5 ਮਹੀਨੇ ਬਾਅਦ ਦੀ ਗੱਲ ਹੈ, ਕਿ ਮੈਂ ਆਪਣੇ ਦੋਨੋਂ ਆਰਮਸ ਖੋ ਚੁੱਕਾ। ਤੇ ਜਦੋਂ ਓਟੀ 'ਚੋਂ ਬਾਹਰ ਆਇਆ, ਮੈਂ ਆਪਰੇਸ਼ਨ ਥੀਏਟਰ ਵਿੱਚੋਂ ਜਦੋਂ ਮੈਨੂੰ ਬਾਹਰ ਲਿਆਇਆ ਗਿਆ, ਸੋ ਮੈਂ ਆਲਮੋਸਟ 1.5 ਤੋਂ 2 ਘੰਟੇ ਵੈਸੇ ਰੋਇਆ ਉਸ ਦਿਨ, ਕਿਉਂਕਿ ਮੈਨੂੰ ਉਸ ਲਈ ਮਸਾ ਪਤਾ ਲੱਗਿਆ ਸੀ ਕਿ ਇਹੋ ਜਿਹਾ ਕੁਝ ਹੋ ਗਿਆ। ਫਿਰ ਮੈਂ 2015 ਵਿੱਚ ਮੈਨੂੰ ਸਰਦਾਰ ਮਿਲਖਾ ਸਿੰਘ ਜੀ ਨਾਲ ਮੇਰਾ ਕੰਟੈਕਟ ਆਇਆ ਕਿ ਉਹਨਾਂ ਦੀ ਬੇਟੀ ਦੇ ਥਰੂ ਬੇਸਿਕਲੀ ਅਸੀਂ ਆਰਮਸ ਵੈਸੇ ਥੋੜਾ ਸਰਚ ਕਰ ਰਹੇ ਸੀ ਕਿ ਆਰਮਸ ਕਿਧਰੋਂ ਲੱਗ ਸਕਦੀਆਂ ਹਨ, ਕਿ ਦੋਨੋਂ ਬਾਇਨਿਕ ਆਰਮਸ ਲਗਾਈ ਜਾਣ ਕਿ ਥੋੜਾ ਕੰਮ ਆਪਣੇ ਕਰ ਸਕੀਏ। ਤੇ ਜਿਹੜੀ ਡਾਕਟਰ ਮਿਲਖਾ ਸਿੰਘ ਜੀ ਦੀ ਬੇਟੀ ਹਨ ਉਹ ਸਨ ਡਾਕਟਰ USA ਵਿੱਚ, ਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ। ਉਹਨਾਂ ਨੂੰ ਵੀ ਕਿਸੇ ਨੇ ਦੱਸਿਆ ਕਿ ਇਸ ਤਰ੍ਹਾਂ ਕੁਝ ਹੈਗਾ, ਤੇ ਉਹਨਾਂ ਨੇ ਫਿਰ ਮੈਨੂੰ ਅਪਰੋਚ ਕੀਤਾ ਕਿ ਤੁਹਾਨੂੰ ਕਿਸ ਤਰੀਕੇ ਦੀ ਹੈਲਪ ਦੀ ਲੋੜ ਹੈ। ਤੇ ਮੈਂ ਦੱਸਿਆ ਕਿ ਸਾਨੂੰ ਆਰਮਸ ਲਗਾਉਣੀਆਂ ਤੇ ਉਹਦੀ ਸਾਰੀ ਇਨਫੋਰਮੇਸ਼ਨ ਸਾਰੀ ਚਾਹੀਦੀ ਹੈ ਕਿ ਕਿੰਨਾ ਖਰਚਾ ਆਏਗਾ, ਕੀ ਹੋਏਗਾ ਕੀ ਨਹੀਂ ਹੋਏਗਾ। ਤੇ ਫਿਰ ਉਹਨਾਂ ਨੇ ਮੈਨੂੰ ਸਾਰਾ ਗਾਈਡ ਕੀਤਾ ਤੇ 2-3 ਮਹੀਨਿਆਂ ਬਾਅਦ ਉਹ ਇੰਡੀਆ ਆਏ।
ਇੰਡੀਆ ਆਉਣ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਚੰਡੀਗੜ੍ਹ ਮਿਲਣ ਗਿਆ, ਉਸਲੇ ਤੱਕ ਮੈਨੂੰ ਨਹੀਂ ਪਤਾ ਸੀ ਕਿ ਸ਼ੀ ਇਜ਼ ਦਾ ਡਾਟਰ ਆਫ ਮਿਲਖਾ ਸਿੰਘ, ਲੇਟ ਮਿਲਖਾ ਸਿੰਘ ਜੀ। ਅਤੇ ਉਦੋਂ ਤੱਕ ਮੈਨੂੰ ਨਹੀਂ ਪਤਾ ਸੀ। ਜਿਸ ਦਿਨ ਮੈਂ ਉਹਨਾਂ ਦੇ ਘਰ ਗਿਆ ਅਤੇ ਮੈਨੂੰ ਅੱਗੇ ਮੈਂ ਫੋਟੋਜ਼ ਵਗੈਰਾ ਲੱਗੀ ਦੀ ਦੇਖੀਆਂ, ਅਤੇ ਫਿਰ ਮੈਂ ਉਹਨਾਂ ਨੂੰ ਉਸਲੇ ਪੁੱਛਿਆ ਕਿ ਉਹਨਾਂ ਨੇ 2 ਦਿਨ ਪਹਿਲੇ ਡੀਪੀ ਵੀ ਚੇਂਜ ਕੀਤੀ ਸੀ, ਆਪਣੀ ਜਿਹੜੀ WhatsApp ਪ੍ਰੋਫਾਈਲ ਸੀ ਉਹਨਾਂ ਨੇ ਉਹ ਵੀ ਚੇਂਜ ਕੀਤੀ, ਆਪਣੇ ਪਾਪਾ ਨਾਲ ਲਗਾਈ, ਸਰਦਾਰ ਮਿਲਖਾ ਸਿੰਘ ਜੀ ਨਾਲ ਫੋਟੋ ਲਗਾਈ ਸੀ। ਅਤੇ ਫਿਰ ਉਸ ਲਈ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਕੌਣ ਹਨ। ਫਿਰ ਉਹਨੇ ਦੱਸਿਆ ਕਿ ਮੇਰੇ ਪਾਪਾ ਹਨ। ਅਤੇ ਫਿਰ ਅਸੀਂ ਉਹਨਾਂ ਨਾਲ ਮਿਲੇ, ਉਹਨਾਂ ਦੀ ਮੰਮੀ ਨਾਲ ਮਿਲੇ, ਦੋਨਾਂ ਨਾਲ ਮਿਲੇ, ਦੋਨੋਂ ਹੀ ਬੜੇ ਚੰਗੇ ਸੁਭਾਅ ਦੇ ਸੀ। ਅਤੇ ਉਹਨਾਂ ਨਾਲ ਗੱਲ ਕਰਕੇ ਪਤਾ ਚੱਲਿਆ ਕਿ ਜਿਹੜੀ ਪੈਰਾ ਸਪੋਰਟਸ ਵਿੰਗ ਉਹ ਬਿਲਕੁਲ ਅਲੱਗ ਹੁੰਦੀ ਹੈ, ਬਟ ਸਕੇਟਿੰਗ ਮੈਂ 2 ਸਾਲ ਵਾਸਤੇ ਉਸ ਤੋਂ ਬਾਅਦ ਵੀ ਕੰਟੀਨਿਊ ਕੀਤੀ। ਅਤੇ ਸਕੇਟਿੰਗ ਕੰਟੀਨਿਊ ਕਰਨ ਤੋਂ ਬਾਅਦ ਜਿਹੜੇ ਮਿਲਖਾ ਸਿੰਘ ਜੀ ਸੀ ਉਹ ਆਫੀਸ਼ੀਅਲੀ ਮੇਰੇ ਫਸਟ ਐਵਰ ਸਪੋਂਸਰ ਬਣੇ ਸੀ, ਜਿਨ੍ਹਾਂ ਨੇ ਮੈਨੂੰ ਕਿੱਟ ਵਗੈਰਾ ਕੁਛ ਵੀ ਤਰੀਕੇ ਦਾ ਖਰਚਾ ਹੋਏ, ਕਿੱਟ ਹੋ ਗਿਆ, ਕੈਂਪ ਲਗਾਉਣਾ ਹੋਏ, ਕਿੱਥੇ ਵੀ ਜਾਣਾ ਹੋਏ, ਅਤੇ ਉਹ ਮੈਨੂੰ ਪ੍ਰੋਵਾਈਡ ਕਰਦੇ ਸੀ। ਅਤੇ ਉਹਨਾਂ ਦੇ ਹੀ ਮਦਦ ਦੀ ਵਜ੍ਹਾ ਨਾਲ ਮੈਂ PCI ਨੂੰ ਮਿਲਿਆ, ਪੈਰਾਲੰਪਿਕ ਕਮੇਟੀ ਆਫ ਇੰਡੀਆ ਨੂੰ। ਅਤੇ ਉਹਨਾਂ ਦੇ ਬਾਅਦ ਮੈਨੂੰ ਪਤਾ ਚੱਲਿਆ ਕਿ ਪੈਰਾ ਗੇਮਸ ਜਿਹੜੀ ਮੇਰੀ ਕੈਟੇਗਰੀ ਹੈ ਉਹ ਬਹੁਤ ਲਿਮਿਟਿਡ ਸਪੋਰਟਸ ਵਿੱਚ ਹੈਗੀ ਆ। ਲਿਮਿਟਿਡ ਸਪੋਰਟਸ ਸਵਿਮਿੰਗ ਸੀ, ਪੈਰਾ ਟਾਈਕਵਾਂਡੋ ਸੀ, ਅਤੇ ਬਸ ਇੰਨੇ ਹੀ ਸਪੋਰਟਸ ਸੀ ਜਿਹੜੀ ਮੇਰੀ ਕੈਟੇਗਰੀ ਵਿੱਚ ਖੇਲੇ ਜਾ ਸਕਦੇ ਹਨ ਮਜ਼ੇ ਨਾਲ। ਸੋ ਟਾਈਕਵਾਂਡੋ ਉਸ ਲਈ ਮੈਂ ਸਵਿਮਿੰਗ ਨੂੰ ਨਹੀਂ ਚੂਜ਼ ਕੀਤਾ, ਉਸ ਲਈ ਮੈਂ ਚੂਜ਼ ਕੀਤਾ ਟਾਈਕਵਾਂਡੋ। ਮੇਨ ਰੀਜ਼ਨ ਸੀ ਕਿ ਸਵਿਮਿੰਗ ਵਿਲ ਵੀ ਥੋੜੀ ਡਿਫਿਕਲਟ ਹੋਏਗੀ ਉਸ ਲਈ ਸਿੱਖਣੀ ਮੇਰੇ ਵਾਸਤੇ, ਅਤੇ ਇਸ ਕਰਕੇ ਮੈਂ ਉਸ ਲਈ ਸਟਾਰਟ ਕੀਤੀ ਟਾਈਕਵਾਂਡੋ। ਕਿਉਂਕਿ ਬਚਪਨ ਤੋਂ ਗੱਤਕਾ ਵਗੈਰਾ ਖੇਲਿਆ ਸੀ, 7th ਪੁੱਜਣ ਤੱਕ ਗੱਤਕਾ ਵਗੈਰਾ ਖੇਲਿਆ, ਮਾਰਸ਼ਲ ਆਰਟ ਪ੍ਰੈਕਟਿਸ ਕਰਦੇ ਸੀ ਥੋੜੀ, ਬਟ ਇੰਨੀ ਪ੍ਰੋਫੈਸ਼ਨਲੀ ਪ੍ਰੈਕਟਿਸ ਨਹੀਂ ਕਰਦੇ ਸੀ। ਸੋ 2018 ਵਿੱਚ ਮੈਂ ਪਹਿਲਾ ਇੰਟਰਨੈਸ਼ਨਲ ਲਗਾਇਆ ਐਟ ਨੇਪਾਲ, ਮਈ ਵਿੱਚ ਲਗਾਇਆ ਸੀ ਸ਼ਾਇਦ, ਨਾਲ ਮਈ ਦੀ ਗੱਲ ਹੈ। ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਮੈਡਲ ਆਇਆ, ਦੈਟ ਵਾਜ਼ ਗੋਲਡ ਮੈਡਲ, ਮਾਈ ਫਸਟ ਮੈਡਲ। ਫਿਰ ਉਸ ਤੋਂ ਬਾਅਦ ਮੈਂ ਏਸ਼ੀਅਨ ਚੈਂਪੀਅਨਸ਼ਿਪ ਲਗਾਈ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਮੇਰਾ 1 ਗੋਲਡ ਅਤੇ 1 ਬ੍ਰੌਂਜ਼ ਆਇਆ। ਮੇਰੀ ਕੈਟੇਗਰੀ ਵਿੱਚ ਮੇਰਾ ਗੋਲਡ ਆਇਆ, ਦੂਸਰੀ ਕੈਟੇਗਰੀ ਵਿੱਚ ਮੇਰਾ ਬ੍ਰੌਂਜ਼ ਆਇਆ। ਉਹ ਵੀ ਇਸ ਕਰਕੇ ਬ੍ਰੌਂਜ਼ ਆਇਆ ਕਿ ਮੈਨੂੰ ਨਵਾਂ ਜੁਆਇਨ ਕੀਤਾ ਸੀ, ਮੈਨੂੰ ਰੂਲਸ ਐਂਡ ਰੈਗੂਲੇਸ਼ਨ ਪਤਾ ਨਹੀਂ ਸੀ। ਅਤੇ ਫੇਸ ਕਿੱਕ ਸਾਡੇ ਵਿੱਚ ਅਲਾਊਡ ਨਹੀਂ ਹੁੰਦੀ ਪੈਰਾ ਟਾਈਕਵਾਂਡੋ ਵਿੱਚ। ਨੋਰਮਲ ਟਾਈਕਵਾਂਡੋ ਵਿੱਚ ਫੇਸ ਕਿੱਕ ਅਲਾਊਡ ਹੈ, ਪੈਰਾ ਵਿੱਚ ਨਹੀਂ। ਪੈਰਾ ਵਿੱਚ ਅਗਰ ਤੁਹਾਡੀ ਕਿੱਕ ਕਲੈਸ਼ ਕਰ ਗਈ ਉਹਨਾਂ ਦਾ ਫੇਸ ਸੀ, ਅਤੇ ਯੂ ਆਰ ਡਿਸਕੁਆਲੀਫਾਈਡ, ਸਟ੍ਰੇਟ ਅਵੇ ਤੁਸੀਂ ਡਿਸਕੁਆਲੀਫਾਈ ਹੋ ਜਾਂਦੇ ਹੋ, ਜਿਹੜਾ ਮੈਨੂੰ ਨਹੀਂ ਪਤਾ ਸੀ। ਸੋ ਪੁਆਇੰਟ ਲੀਡ ਸੀ ਮੇਰੇ ਕੋਲ, 3 ਪੁਆਇੰਟਸ ਦੀ ਲੀਡ ਸੀ ਮੇਰੇ ਕੋਲ। ਲਾਸਟ 'ਤੇ 25 ਜਾਂ 30 ਸੈਕਿੰਡ ਬਚੇ ਸੀ ਕਿ ਮੈਂ ਲੀਡ ਕਰ ਰਿਹਾ ਸੀ, ਬਟ ਐਂਡ ਮੂਮੈਂਟ 'ਤੇ ਕਿੱਕ ਬਾਏ ਚਾਂਸ ਉਹਦੇ ਫੇਸ ਦੇ ਬਿਲਕੁਲ ਨਾਲੂ ਨਿਕਲ ਗਈ, ਉਹਦੇ ਬਿਲਕੁਲ ਫੇਸ ਦੇ ਬਿਲਕੁਲ ਕੋਲੂ ਨਿਕਲੀ, ਅਤੇ ਉਹਨੇ ਐਕਟ ਕੀਤਾ, ਉਹ ਲੇਟ ਗਿਆ। ਕਿਉਂਕਿ ਉਹ ਪੁਰਾਣਾ ਪਲੇਅਰ ਸੀ, ਉਹਨੂੰ ਪਤਾ ਸੀ ਕਿ ਅਗਰ ਮੈਂ ਲੇਟ ਜਾਵਾਂਗਾ ਤਾਂ ਡਿਸਕੁਆਲੀਫਿਕੇਸ਼ਨ ਇਹਨੂੰ ਮਿਲ ਜਾਏਗੀ ਅਗਲੇ ਨੂੰ। ਇਹ 10 ਸੈਕਿੰਡ ਹੋਏ, 20 ਸੈਕਿੰਡ ਹੋਏ, 30 ਸੈਕਿੰਡ ਹੋਏ, ਸਟ੍ਰੈਚਰ ਆਇਆ, ਸਟ੍ਰੈਚਰ ਸਾਈਡ 'ਤੇ ਪਿਆ ਰਿਹਾ, ਉਹਦੇ ਉੱਪਰ ਸਟ੍ਰੈਚਰ ਉੱਪਰ ਬਿਠਾਇਆ ਗਿਆ। ਜਦ ਤੱਕ ਡਿਸਕੁਆਲੀਫਾਈ ਨਹੀਂ ਕੀਤਾ ਉਹ ਬੰਦਾ ਸਟ੍ਰੈਚਰ ਉੱਪਰ ਲੇਟਾ ਰਿਹਾ, ਬਟ ਜਿਸ ਤਰ੍ਹਾਂ ਹੀ ਮੈਨੂੰ ਡਿਸਕੁਆਲੀਫਾਈ ਕਰਤਾ ਗਿਆ, ਉਹ ਉੱਠ ਕੇ ਚੱਲ ਕੇ ਬਾਹਰ ਚਲੇ ਗਿਆ। ਮੈਂ ਯਾਰ ਇਹ ਚੰਗਾ ਸਿਆਪਾ ਹੈ। ਉਹਨਾਂ ਨੂੰ ਇਹ ਨਹੀਂ ਲੱਭਿਆ ਕਿ ਉਹ ਜਿਹੜਾ ਡਿਸਕੁਆਲੀਫਾਈ ਕਰਨ ਤੋਂ ਬਾਅਦ ਸਿੱਧਾ ਬਾਹਰ ਚਲੇ ਗਿਆ ਹੈ, ਅਤੇ ਉਹ ਚੀਜ਼ ਉਹਨਾਂ ਨੂੰ ਨਹੀਂ ਲੱਗੀ। ਪਰ ਉਹਦੇ ਚਲੋ ਸਟਿਲ ਆਈ ਵਾਜ਼ ਹੈਪੀ ਕਿ ਮੇਰਾ ਆਲਰੇਡੀ ਆਪਣੀ ਕੈਟੇਗਰੀ ਵਿੱਚ ਗੋਲਡ ਸੀ, ਦੂਜੀ ਵਿੱਚ ਬਰਾਊਨ ਸੀ। ਸੋ ਉਸ ਤੋਂ ਬਾਅਦ ਸਾਊਥ ਕੋਰੀਆ ਵਿੱਚ ਮੇਰੇ 2 ਗੋਲਡ ਆਏ ਸੇਮ ਕੈਟੇਗਰੀ। ਔਰ ਇੱਧਰ ਇੱਕ ਮਜ਼ੇ ਦਾ ਕਿੱਸਾ ਸੀ, ਜਿਹੜਾ ਬੰਦਾ ਉੱਥੇ ਐਕਟਿੰਗ ਕਰ ਰਿਹਾ ਸੀ ਨਾ, ਉਹਨੂੰ ਮੇਰੇ ਵਿਚਾਰਾ ਫਿਰ ਫਾਈਨਲ 'ਤੇ ਲੱਭ ਗਿਆ ਮੈਨੂੰ। ਸੋ ਇਸ ਟਾਈਮ ਮੈਨੂੰ ਪਤਾ ਸੀ ਰੂਲਸ ਐਂਡ ਰੈਗੂਲੇਸ਼ਨਸ ਕੀ ਆ, ਅਤੇ ਜਦੋਂ ਫਾਈਨਲ ਵਿੱਚ ਮੈਨੂੰ ਲੱਭਿਆ, ਅਤੇ ਉਸ ਟਾਈਮ ਸਾਡਾ ਜਿਹੜਾ ਟਾਈਮ ਸਮੇਂ ਖਤਮ ਹੋਣ ਤੋਂ ਪਹਿਲੇ 7 ਈਚ ਪੁਆਇੰਟਸ ਚੱਲ ਰਹੇ ਸੀ। ਸੋ ਟਾਈਮ ਖਤਮ ਹੋ ਗਿਆ, ਸਾਡਾ ਗੋਲਡਨ ਪੁਆਇੰਟ ਦਾ ਟਾਈਮ ਸੀ। ਹੁਣ ਜਿਹਨੇ ਪਹਿਲੀ ਕਿੱਕ ਲੈ ਲਈ, ਜਿਹਦਾ ਪੁਆਇੰਟ ਆ ਗਿਆ, ਉਹ ਜਿੱਤ ਗਿਆ। ਸੋ ਲੱਕੀਲੀ ਮੈਂ ਜਿੱਤ ਗਿਆ। ਅਤੇ 2018 ਵਿੱਚ ਮੇਰੀ ਮੈਡਲ ਟੈਲੀ ਰਹੀ ਸੀ 4 ਗੋਲਡ ਮੈਡਲ, 1 ਬ੍ਰੌਂਜ਼ ਮੈਡਲ ਆਪਣੀ ਕੰਟਰੀ ਵਾਸਤੇ। ਫਿਰ ਉਸ ਤੋਂ ਬਾਅਦ 2019 ਸਟਾਰਟਿੰਗ ਵਿੱਚ ਹੀ ਮੈਨੂੰ ਸਟੇਟ ਅਵਾਰਡ ਅਨਾਊਂਸ ਹੋ ਚੁੱਕਿਆ ਸੀ, ਜਿਹੜਾ ਸਾਡੀ ਸਟੇਟ ਦਾ JNK ਸਟੇਟ ਦਾ ਹਾਈਐਸਟ ਪ੍ਰੈਸਟੀਜੀਅਸ ਅਵਾਰਡ ਸੀ ਫॉर ਦਾ ਆਊਟਸਟੈਂਡਿੰਗ ਸਪੋਰਟਸ ਪਰਸਨ 2019 ਕਰਕੇ। ਅਤੇ ਉਸ ਤੋਂ ਬਾਅਦ ਟ੍ਰੇਨਿੰਗ ਸਟਾਰਟ ਹੋ ਗਈ ਵਾਪਸ। ਸਾਡੀ ਟ੍ਰੇਨਿੰਗ ਸਟਾਰਟ ਮੇਰੀ ਹੁਣ ਹੋ ਗਈ ਸੀ ਕਿਉਂਕਿ ਵਰਲਡ ਚੈਂਪੀਅਨਸ਼ਿਪ ਆ ਰਹੀ ਸੀ ਅੱਗੇ। ਵਰਲਡ ਚੈਂਪੀਅਨਸ਼ਿਪ ਇਸ ਕਰਕੇ ਮੇਰੇ ਵਾਸਤੇ ਇੰਪੋਰਟੈਂਟ ਸੀ ਕਿਉਂਕਿ ਅੱਜ ਤੱਕ ਇੰਡੀਆ ਦਾ ਕਦੇ ਮੈਡਲ ਨਹੀਂ ਆਇਆ ਵਰਲਡ ਚੈਂਪੀਅਨਸ਼ਿਪ ਵਿੱਚ, ਪੈਰਾ ਟਾਈਕਵਾਂਡੋ ਜਾਂ ਨਾਰਮਲ ਟਾਈਕਵਾਂਡੋ ਦੇ ਵਿੱਚ। ਸੋ ਇਨ 2019 ਪ੍ਰੈਕਟਿਸ ਕਰਕੇ ਮੇਰਾ ਰਸ਼ੀਆ ਦੇ ਨਾਲ ਫਾਈਨਲ ਸੀ। ਰਸ਼ੀਆ ਨਾਲ ਫਾਈਨਲਸ ਖੇਲ ਕੇ ਮੇਰਾ ਸਿਲਵਰ ਮੈਡਲ ਆਇਆ, ਅਤੇ ਆਈ ਬਿਕੇਮ ਦਾ ਫਸਟ ਪਰਸਨ ਫਰੋਮ ਇੰਡੀਆ ਜਿਹਦਾ ਪੈਰਾ ਟਾਈਕਵਾਂਡੋ ਦੇ ਵਿੱਚ ਸਿਲਵਰ ਮੈਡਲ ਆਇਆ ਇੰਡੀਆ ਵਾਸਤੇ ਇਨ ਦਾ ਹਿਸਟਰੀ ਆਫ ਇੰਡੀਆ। ਸੋ ਉਹਦੇ ਨਾਲ ਜਿਹੜੀ ਸਾਡੀ ਸਟੇਟ ਬੋਰਡ ਦੀ ਬੁੱਕ ਸੀ, ਸਟੇਟ ਬੋਰਡ ਮਤਲਬ ਜਿਸ ਤਰ੍ਹਾਂ ਅਚੀਵਮੈਂਟਸ ਆਉਂਦੀ ਰਹੀਆਂ, ਉਸ ਤਰ੍ਹਾਂ ਸਾਈਡਸ ਔਨ ਅਚੀਵਮੈਂਟ ਵੀ ਨਾਲ ਚੱਲਦੀ ਰਹੀਆਂ। ਸਭ ਤੋਂ ਪਹਿਲੇ ਮੈਨੂੰ ਇਲੈਕਸ਼ਨ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਜੰਮੂ ਇਲੈਕਸ਼ਨ ਕਮਿਸ਼ਨ ਦੇ ਤਰਫੋਂ। ਉਹਦੇ ਬਾਅਦ ਮੇਰਾ ਸਟੇਟ ਬੋਰਡ ਦੀ ਜਿਹੜੀ ਸਾਡੀ ਬੁੱਕ ਹੁੰਦੀ ਹੈ ਸਿਵਿਕਸ ਦੀ, ਉਹਦੇ ਵਿੱਚ ਇੱਕ ਡਿਸੇਬਿਲਿਟੀ ਦਾ ਚੈਪਟਰ ਕੋਈ ਉਹਨਾਂ ਨੇ ਨਵਾਂ ਐਡ ਕੀਤਾ ਸੀ, ਅਤੇ ਉਹਦੇ ਵਿੱਚ ਪ੍ਰੋਪਰ ਮੇਰੀ ਇੱਕ ਐਗਜ਼ਾਮਪਲ ਰੱਖੀ ਗਈ ਹੈ 4 to 6 ਪੁਆਇੰਟਸ ਦੀ। ਸੋ ਇਟ ਵਾਜ਼ ਅ ਪ੍ਰਾਊਡ ਮੂਮੈਂਟ ਫॉर ਮੀ, ਮੇਰੀ ਫੈਮਿਲੀ, ਸਾਰਿਆਂ ਵਾਸਤੇ ਜਿੰਨੇ ਵੀ ਮੇਰੇ ਨਾਲ ਐਸੋਸੀਏਟਿਡ ਆ, ਜਿੰਨੇ ਮੈਨੂੰ ਜਾਣਦੇ ਆ, ਸਾਰਿਆਂ ਵਾਸਤੇ ਪ੍ਰਾਊਡ ਮੂਮੈਂਟ ਸੀ। ਸੋ ਵਾਪਸ ਮੇਰੇ ਕੋਲ ਹੁਣ ਸਮੇਂ ਸੀ ਕਿਉਂਕਿ ਜਿਹੜੀ ਸਾਡੀ ਵਰਲਡ ਚੈਂਪੀਅਨਸ਼ਿਪ ਹੁੰਦੀ ਹੈ 2 ਸਾਲਾਂ ਵਿੱਚ ਇੱਕ ਵਾਰੀ ਹੁੰਦੀ ਹੈ। ਸੋ ਜਿਹੜੀ ਅਗਲੀ ਵਰਲਡ ਚੈਂਪੀਅਨਸ਼ਿਪ ਸੀ ਉਹ 2021 ਵਿੱਚ ਹੋਣ ਵਾਲੀ ਸੀ, ਬਟ ਕਰੋਨਾ ਆ ਗਿਆ, ਸਭ ਬੰਦ ਹੋ ਗਿਆ। ਬਟ ਉਸ ਟਾਈਮ ਮੇਰੇ ਮਨ ਵਿੱਚ ਇੱਕ ਗੱਲ ਆਈ ਕਿ ਸਵਿਮਿੰਗ ਸਿੱਖੀ ਜਾਏ, ਸਵਿਮਿੰਗ ਟਰਾਈ ਕੀਤੀ ਜਾਏ। ਬਾਈ ਚਾਂਸ ਕਿਧਰੇ ਮੈਂ ਨਦੀ ਨੂੰ ਡਿੱਗਿਆ, ਮੈਨੂੰ ਬਾਹਰ ਆਉਣਾ ਪਿਆ ਤਾਂ ਕੀ ਕਰਾਂਗਾ। ਅਤੇ ਫਿਰ ਉਸ ਟਾਈਮ ਮੈਂ ਸਾਡੇ ਜੰਮੂ ਵਿੱਚ ਸਵਿਮਿੰਗ ਪੂਲ ਜਿਹੜਾ MA ਸਟੇਡੀਅਮ ਦਾ ਉਹ ਬੰਦ ਸੀ, ਅਤੇ ਸਾਡੇ ਜਿਹੜੇ ਪੁਲਿਸ ਆਫਿਸਰਸ ਮੈਸ ਸੀ ਉਹਨਾਂ ਦਾ ਸਵਿਮਿੰਗ ਪੂਲ ਓਪਨ ਸੀ।
ਸੋ ਜਿਹੜੇ ਸਾਡੇ ਜੰਮੂ ਦੇ IG ਸਰ ਸੀ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਕਿ ਮੈਂ ਸਵਿਮਿੰਗ ਸਿੱਖਣਾ ਚਾਹੁੰਦਾ ਤੇ ਮੈਂ ਸਵਿਮਿੰਗ ਸਿੱਖਣ ਵਾਸਤੇ ਤੁਹਾਡਾ ਪੂਲ ਰਿਕੁਆਇਰ ਹੈ, ਤੁਹਾਡੇ ਕੋਚਿਸ ਰਿਕੁਆਇਰਡ ਹੈ। ਤੇ ਉਹਨਾਂ ਨੇ ਖਾਲੀ ਇੱਕ ਗੱਲ ਪੁੱਛੀ, ਤੁਸੀਂ ਕਰ ਲੋਗੇ? ਮੈਂ ਬੋਲਿਆ ਹਾਂਜੀ ਮੈਂ ਕਰ ਲਾਂਗਾ। ਸੋ ਉਹਨਾਂ ਨੇ ਅਗਲਾ ਸਵਾਲ ਨਹੀਂ ਪੁੱਛਿਆ, ਉਹਨਾਂ ਨੇ ਸਿੱਧਾ ਪਰਮਿਸ਼ਨ ਬਣਾ ਕੇ ਦੇਤੀ, ਓਕੇ ਕਰੋ ਜਾ ਕੇ ਸਵਿਮਿੰਗ। ਤੇ ਮੈਨੂੰ ਯਾਦ ਹੈ ਸਵਿਮਿੰਗ ਪੂਲ ਜਿਸ ਦਿਨ ਮੈਂ ਪੈਰ ਰੱਖਿਆ ਸੀ, ਦਾ ਵੈਰੀ ਨੈਕਸਟ ਡੇ, ਸੈਕਿੰਡ ਔਰ ਥਰਡ ਡੇ ਮੈਂ ਫਲੋਟ ਕਰਨਾ ਸ਼ੁਰੂ ਹੋ ਗਿਆ ਸੀ। ਉਸ ਤੋਂ ਵੀ ਪ੍ਰੈਕਟਿਸ ਸਟਾਰਟ ਕੀਤੀ ਖਿੱਚ ਕੇ 30 ਲੈਪਸ 40 ਲੈਪਸ 50 ਲੈਪਸ 60 ਲੈਪਸ ਪਹਿਲੇ ਸਾਲ ਵੀ ਸਨ ਸਾਡੇ ਕਿ 50-60 ਲੈਪਸ ਅਸੀਂ ਡੇਲੀ ਕਰ ਰਹੇ ਸੀ। 50-60 ਲੈਪਸ ਕਰਨ ਤੋਂ ਬਾਅਦ ਕੀ ਹੋਇਆ ਕਿ ਅਸੀਂ ਸਰ ਨੇ ਕਿਹਾ ਟਾਈਮਿੰਗ ਲੈ ਕੇ ਦੇਖਦੇ ਹਾਂ। ਟਾਈਮਿੰਗ ਲਿੱਤੀ ਤੇ ਜਿਹੜੇ ਉਹ ਨੈਸ਼ਨਲ ਰਿਕਾਰਡ ਸਨ ਉਹਨਾਂ ਦੇ ਨਾਲ ਮੈਚ ਕਰ ਰਹੀ ਸੀ ਸਾਡੇ ਇੰਡੀਆ ਦੇ। ਤੇ ਮੈਂ ਬੋਲਿਆ ਅਗਰ ਇਹ ਕਰ ਰਹੀ ਹੈ ਮੈਚ, ਟਾਈਮ ਹੈਗਾ, ਅਗਲੀ ਵਰਲਡ ਚੈਂਪੀਅਨਸ਼ਿਪ ਬੜੀ ਲੇਟ ਹੈ, ਮੈਂ ਟਰਾਈ ਦੇ ਦਿੰਦੇ ਇਹਨੂੰ। ਤੇ ਉਹਨੂੰ ਵੀ ਮੈਂ ਟਰਾਈ ਦੇ ਦਿੱਤੀ ਤੇ 2020 ਵਿੱਚ ਮੈਂ ਸਵਿਮਿੰਗ ਦਾ ਨੈਸ਼ਨਲਸ ਲਗਾਇਆ ਇਨ ਬੈਂਗਲੋਰ ਐਂਡ ਪਹਿਲਾ ਬੰਦਾ ਬਣਿਆ JNK ਚੋਂ ਜਿਹਦਾ ਨੈਸ਼ਨਲ ਵਿੱਚ ਗੋਲਡ ਤੇ ਸਿਲਵਰ ਮੈਡਲ ਆਇਆ ਇਨ ਸਵਿਮਿੰਗ। 50 ਮੀਟਰ ਬੈਕ ਸਟ੍ਰੋਕ ਵਿੱਚ ਮੇਰਾ ਗੋਲਡ ਸੀ ਔਰ 100 ਮੀਟਰ ਬੈਕ ਸਟ੍ਰੋਕ ਵਿੱਚ ਮੇਰਾ ਸਿਲਵਰ ਮੈਡਲ ਸੀ। ਸੋ ਰਾਈਟ ਨਾਓ ਹੁਣ ਮੈਂ ਚਾਰੋਂ ਦੀ ਚਾਰੋਂ ਸਟ੍ਰੋਕਸ ਕਰ ਲੈਂਦਾ, ਬੈਕ ਸਟ੍ਰੋਕ ਹੋ ਗਈ, ਬਟਰਫਲਾਈ ਹੋ ਗਈ, ਡੋਲਫਿਨ ਹੋ ਗਈ, ਸਾਰੀ ਸਟ੍ਰੋਕਸ ਮੈਨੂੰ ਆਉਂਦੀਆਂ ਨੇ। ਹੁਣ ਮੈਂ ਪ੍ਰੋਪਰਲੀ ਸਵਿਮ ਕਰ ਸਕਦਾ, ਟਾਈਮਿੰਗ ਮੇਰੀ ਹੋਰ ਅੱਛੀ ਆ ਰਹੀ ਹੈ, ਪ੍ਰੈਕਟਿਸ ਮੈਂ ਸਵਿਮਿੰਗ ਵੀ ਕਰ ਰਿਹਾ, ਟਾਈਕਵਾਂਡੋ ਵੀ ਕਰ ਰਿਹਾ। ਸਵਿਮਿੰਗ ਦਾ ਮੇਨ ਕਾਰਨ ਸਵਿਚ ਕਰਨ ਦਾ ਮੇਰਾ ਇਹ ਸੀ ਕਿ ਸਾਡੀ ਜਿਹੜੀ ਟੂਰਨਾਮੈਂਟਸ ਰੈਗੂਲਰ ਹੁੰਦੀਆਂ ਨਾ, ਹਰ ਇੱਕ ਮਹੀਨੇ ਵਿੱਚ ਘੱਟੋ ਘੱਟ 1 ਜਾਂ 2 ਟੂਰਨਾਮੈਂਟ ਸਾਡੀ ਹੁੰਦੀਆਂ ਰੈਂਕਿੰਗ ਟੂਰਨਾਮੈਂਟਸ। ਬਟ ਰੈਂਕਿੰਗ ਟੂਰਨਾਮੈਂਟਸ ਲਗਾਉਣ ਵਿੱਚ ਪੈਸਾ ਬਹੁਤ ਸਾਰਾ ਲੱਗਦਾ ਸਾਡਾ। ਅਗਰ ਨਾਰਮਲ ਐਥਲੀਟ ਦਾ 1.5 ਲੱਖ ਰੁਪਏ ਲੱਗ ਰਿਹਾ, ਮੇਰਾ 3 ਲੱਖ ਰੁਪਏ ਲੱਗੇਗਾ ਕਿਉਂਕਿ ਮੇਰੇ ਨਾਲ ਇੱਕ ਐਸਕॉर्ट ਚਾਹੀਦਾ ਹੀ ਚਾਹੀਦਾ ਨਾਲ। ਸੋ ਸਾਲ ਦਾ 8 ਤੋਂ 10 ਲੱਖ ਰੁਪਏ ਇੱਕ ਖਾਲੀ ਟੂਰਨਾਮੈਂਟਸ ਹੀ ਲਗਾਉਣਾ ਇੱਕ ਮਿਡਲ ਕਲਾਸ ਫੈਮਿਲੀ ਸੇ ਮੈਨੂੰ ਲੱਗਦਾ ਨਹੀਂ ਪੋਸੀਬਲ ਹੈ। ਤੇ ਜਿਹਦੀ ਵਜ੍ਹਾ ਨਾਲ ਮੈਂ ਆਪਣੀ ਟੂਰਨਾਮੈਂਟਸ ਦੀ ਥੋੜ੍ਹੇ ਟੂਰਨਾਮੈਂਟਸ ਖੇਲਣੀਆਂ ਕੱਟ ਕੀਤੀਆਂ। ਟੂਰਨਾਮੈਂਟਸ ਦੀ ਜਗ੍ਹਾ ਫਿਰ ਮੈਂ ਖਾਲੀ ਜਿਹੜੀ ਮੇਨ ਟੂਰਨਾਮੈਂਟਸ ਖੇਲਦਾ ਸੀ, ਜਿਵੇਂ ਵਰਲਡ ਚੈਂਪੀਅਨਸ਼ਿਪਸ ਖੇਲਣਾ ਸ਼ੁਰੂ ਕੀਤੀਆਂ। ਸੋ 2021 ਦੀ ਵਰਲਡ ਚੈਂਪੀਅਨਸ਼ਿਪ ਦੀ ਤਿਆਰੀ ਸ਼ੁਰੂ ਹੋ ਗਈ ਸਵਿਮਿੰਗ ਦਾ ਨੈਸ਼ਨਲ ਲਗਾਉਣ ਤੋਂ ਬਾਅਦ। ਸੋ ਸਵਿਮਿੰਗ ਦਾ ਨੈਸ਼ਨਲ ਲਗਾਇਆ, ਫਿਰ ਕਰੋਨਾ ਆ ਗਿਆ, ਫਿਰ ਸਭ ਕੁਝ ਬੰਦ ਹੋ ਗਿਆ, ਪੂਲਸ ਬੰਦ, ਸਭ ਕੁਝ ਬੰਦ। ਫਿਰ ਘਰ ਟ੍ਰੇਨਿੰਗ ਸ਼ੁਰੂ ਕਰਤੀ ਕਿ ਘਰ ਹਲਕਾ ਟ੍ਰੇਨਿੰਗ ਕਰ ਲੈਂਦੇ ਕਿਉਂਕਿ ਵੇਟ ਪੁੱਟ ਆਨ ਹੋ ਜਾਂਦਾ ਬੜਾ ਜ਼ਿਆਦਾ। ਸੋ 2021 ਤੱਕ ਪੁੱਜਦੇ ਮੈਨੂੰ ਯਾਦ ਹੈ ਉਸ ਟਾਈਮ ਮੈਂ 15 ਤੋਂ 16 ਕਿਲੋ ਲੂਜ਼ ਕਰਕੇ ਵੇਟ ਵਿੱਚ ਆ ਗਿਆ ਸੀ ਵਾਪਸ, ਜਦੋਂ ਕਰੋਨਾ ਸਾਡਾ ਖਤਮ ਹੋਇਆ। ਤੇ ਦਸੰਬਰ ਵਿੱਚ ਸਾਡੀ ਟੂਰਨਾਮੈਂਟ ਸੀ, ਸਤੰਬਰ ਵਿੱਚ ਟੂਰਨਾਮੈਂਟ ਸੀ ਸਾਡੀ ਚਾਈਨਾ ਵਿੱਚ। ਬਟ ਕਰੋਨਾ ਦੇ ਚੱਕਰ ਤੇ ਕਰੋਨਾ ਉੱਤੇ ਇੱਕ ਹੌਟ ਸਪੌਟ ਸੀ ਤੇ ਉਸ ਟੂਰਨਾਮੈਂਟ ਨੂੰ ਪੋਸਟਪੋਨ ਕਰਕੇ ਉਹਨਾਂ ਨੇ ਦਸੰਬਰ ਕੀਤਾ ਤੇ ਟਰਕੀ ਵਿੱਚ ਸ਼ਿਫਟ ਕਰਤਾ ਰਾਦਰ ਦੈਨ ਇਨ ਚਾਈਨਾ। ਉੱਥੇ ਫਿਰ ਅਸੀਂ 2021 ਵਿੱਚ ਟਰਕੀ ਗਏ। ਟਰਕੀ ਵਿੱਚ ਜਿਹੜੀ ਵੇਟ ਕੈਟੇਗਰੀ ਸੀ ਮੇਰੇ ਨਾਲ ਬੜਾ ਹੀ ਮਜ਼ਾਕ ਹੋ ਗਿਆ ਉੱਥੇ, ਕਿਉਂਕਿ ਜਿਹੜਾ ਮੈਂ ਵੇਟ ਪੁੱਟ ਆਨ ਕੀਤਾ ਸੀ ਮੈਂ 82 83 84 ਦੇ ਵਿੱਚ ਰਹਿ ਰਿਹਾ ਸੀ ਮੇਰਾ ਵੇਟ। ਸੇ ਮੈਂ ਜਿਸ ਕੈਟੇਗਰੀ 'ਚ ਮੈਂ ਖੇਲਦਾ ਦੈਟ ਇਜ਼ 80+ ਕੈਟੇਗਰੀ, ਵੇਟ ਕੈਟੇਗਰੀ 'ਚ ਮੈਂ ਖੇਲਦਾ। ਸੋ ਉੱਥੇ ਬਾਹਰ ਜਾ ਕੇ ਕੀ ਹੋਇਆ ਕਿ ਅਸੀਂ ਚਿਕਨ ਤਾਂ ਚਲੋ ਖਾਂਦੇ ਹਾਂ ਬਟ ਝਟਕਾ ਖਾਂਦੇ ਹਾਂ, ਹਲਾਲ ਨਹੀਂ ਖਾਂਦੇ। ਸੋ ਉੱਥੇ ਹੋਇਆ ਕਿ ਜਿੰਨੇ ਵੀ ਹੋਟਲਸ ਹਨ, ਟਰਕੀ ਇੱਕ ਮੁਸਲਿਮ ਸਟੇਟ ਹੈ, ਮੁਸਲਿਮ ਕੰਟਰੀ ਹੈ ਤੇ ਜਿਹਦੇ ਵਿੱਚ ਆਲਮੋਸਟ 99.9% ਹਲਾਲ ਮਿਲਦਾ। ਜਿੰਨੇ ਵੀ ਰੈਸਟੋਰੈਂਟਸ ਹਨ, ਜਿੰਨੇ ਵੀ ਹੋਟਲਸ ਹਨ, ਕੁਛ ਵੀ ਹੈ ਜਿੱਥੇ ਸਾਡਾ ਬਫੇ ਲੱਗਦਾ, ਕਿਉਂਕਿ ਇੱਕ ਪਲੇਅਰ ਵੈਸੇ ਵੀ ਉਹ ਬਣ ਰਿਹਾ, ਕਿਸੇ ਵੈਸੇ ਕੁਛ ਅਲੱਗ। ਹਾਲਾਂਕਿ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਨੂੰ ਵੈਜ ਖਾਣਾ ਪ੍ਰੋਵਾਈਡ ਕੀਤਾ ਜਾਏ ਸਾਡੀ ਡਾਈਟ ਵੈਸੇ, ਬਟ ਉਹ ਰਿਕੁਐਸਟ ਨੂੰ ਅਨਸੁਣਾ ਕਰ ਦਿੱਤਾ ਗਿਆ। ਸੋ ਅਸੀਂ ਆਲੂ ਖਾਦੇ, ਚਾਵਲ ਖਾਦੇ, ਇਹੋ ਸੀ ਸਾਡੀ ਡਾਈਟ ਜਿਹੜੀ ਚੱਲ ਰਹੀ ਸੀ, ਆਲੂ ਚਾਵਲ ਜੂਸ। ਸੋ ਮੇਰਾ ਵੇਟ ਆ ਗਿਆ 80.300 ਗ੍ਰਾਮਸ। ਜੇ ਅਗਲੇ ਦਿਨ ਮੇਰਾ ਵੇ ਹੋਣਾ ਸੀ, ਅਗਲੇ ਦਿਨ ਮੇਰਾ ਵੇਟ ਹੋਣਾ ਸੀ ਕਿ ਵੇਟ ਉੱਪਰ ਥੱਲੇ ਤੇ ਨਹੀਂ ਹੈ ਮੈਂ ਅਗਰ ਮੇਰਾ 2 ਦਿਨ ਵਿੱਚ ਵੇਟ 3 ਤੋਂ 4 ਕਿਲੋ ਡਿੱਗ ਗਿਆ, ਕੱਲ ਤੱਕ ਤੇ ਮੇਰਾ 80 ਤੋਂ ਥੱਲੇ ਚੱਲ ਜਾਏਗਾ। ਸੋ ਬਿਨਾਂ ਟੂਰਨਾਮੈਂਟ ਖੇਲੇ ਮੈਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਏਗਾ। ਸੋ ਮੈਨੂੰ ਯਾਦ ਹੈ ਫਿਰ ਮੈਂ ਉਸ ਦਿਨ ਚੀਜ਼ ਖਾਦਾ, ਮੈਂ ਜਿੰਨਾ ਫੈਟ ਚੀਜ਼ਾਂ ਸੀ ਨਾ ਮੈਂ ਸਾਰੀ ਖਾਦੀ, ਚੀਜ਼ ਵਗੈਰਾ, ਪਾਣੀ ਪੂਣੀ। ਵੇਟ ਕਰਨ ਤੋਂ ਪਹਿਲੇ ਮੈਂ 2 ਲੀਟਰ ਜਾਂ 3 ਲੀਟਰ ਪਾਣੀ ਪੀ ਕੇ ਗਿਆ ਸੀ ਕਿ ਮੇਰਾ ਵੇਟ ਥੋੜਾ ਸੈੱਟ ਰਹੇ, ਇਹ ਥੱਲੇ ਚਲੇ ਗਿਆ ਤਾਂ ਡਿਸਕੁਆਲੀਫਾਈ ਹੋ ਜਾਵਾਂਗਾ ਮੈਂ। ਜਿਵੇਂ ਵੇਟ ਦੇਣ ਵੇ ਮਸ਼ੀਨ ਉੱਪਰ ਚੜ੍ਹਿਆ ਤੇ ਮੈਂ ਵੂਲਨ ਕੈਪ ਪਾਈ ਸੀ, ਉੱਥੇ ਠੰਡ ਸੀ ਬਹੁਤ ਜ਼ਿਆਦਾ। ਸੋ ਵੂਲਨ ਕੈਪ ਮੈਂ ਪਾਈ ਦੀ ਸੀ ਤੇ ਬਾਕੀ ਉਹਨੇ ਵੇਟ ਚੈੱਕ ਕੀਤਾ ਕਿ ਵੇਟ ਉਹ ਕਹਿੰਦਾ ਇਟ ਇਜ਼ 82 ਪੁਆਇੰਟ ਸਮਥਿੰਗ ਕਿਲੋਗ੍ਰਾਮਸ ਆਇਆ। ਉਸਨੇ ਇੱਕ ਵਾਰੀ ਇਸ ਤਰ੍ਹਾਂ ਕੀਤਾ, ਫਿਰ ਦੂਸਰੀ ਵਾਰੀ ਇਸ ਤਰ੍ਹਾਂ ਕੀਤਾ, ਕਹਿੰਦਾ ਬੋਡੀ ਤਾਂ ਇਸ ਲਈ ਪੂਰੀ ਲੀਨ ਹੈ ਪਰ ਵੇਟ ਕਿੱਧਰੋਂ ਆ ਰਿਹਾ। ਸੋ ਉਹਨੇ ਮੇਰੀ ਉਸ ਲਈ ਕੈਪ ਉਤਰਵਾ ਕੇ ਕਹਿੰਦਾ, ਉਹਨੇ ਚੈੱਕ ਕੀਤਾ, ਫਿਰ ਉਹਨੇ ਵੇਟ ਦੇਖਿਆ, ਕਹਿੰਦਾ ਓਕੇ ਸੌਰੀ, ਕਹਿੰਦਾ ਵੇਟ ਠੀਕ ਹੈ ਬਰਾਬਰ ਹੈ। तो फिर वो टूर्नामेंट अगे स्टार्ट हुई मेरी। मैं शुक्र है मेरा वेट बच गया, नहीं तो टूर्नामेंट गई सी। तो मेरा लकीली उस टूर्नामेंट में भी सिल्वर मैडल आया। तो इंडिया तो मैं पहला पर्सन बने जिसे 2 कंजिक्यूटिव वर्ल्ड चैंपीयनशिप्स सिल्वर मैडल आया फॉर इंडिया। एंड अगली बारी कोशिश करांगे कि गोल्ड आए, वर्ल्ड चैंपीयन का टैग लैके मैं वापस आवां। सो साडे स्पोर्ट्स की स्पॉन्सर ढूंढना बड़ा औखा है साढ़े वास्ते, क्योंकि जो टूर्नामेंट्स रेगूलर होंदी रहंदी हैं, तो स्पॉन्सर ढूंढना बड़ा औखा है। तो जिहदी वजह नाल मैं अपना सैल्फ स्पॉन्सर अपने आप को कर सका। तो उहदे वास्ते मैं अपना यूट्यूब चैनल स्टार्ट किया, जिहदे विच क्योंकि फ्री टाइम साढ़े कोल जदों हुंदा ते मैं ट्रैवल से निकल जाता। हले भी मैं ट्रैवल करके आया राइट फ्रॉम जम्मू टू बेंगलोर टू वापस।
ਹੁਣ ਜੰਮੂ ਜਾ ਰਿਹਾ ਮੈਂ ਵਾਪਸ ਤੇ ਮੇਰਾ ਹੈ ਕਿ ਆਪਣੇ ਆਪ ਨੂੰ ਗਰੋ ਕਰਾਂ ਰਾਦਰ ਦੈਨ ਕਿਸੇ ਦੇ ਅੱਗੇ ਜਾ ਕੇ ਰਿਕੁਐਸਟ ਕਰਨੀ ਕਿ ਸਪਾਂਸਰ ਕਰ ਦਿਓ ਸਾਨੂੰ ਟੂਰਨਾਮੈਂਟ ਵਾਸਤੇ। ਮੈਂ ਆਪਣੇ ਆਪ ਨੂੰ ਸੈਲਫ ਸਫੀਸ਼ੀਐਂਟ ਹੋ ਸਕਾਂ ਸਪਾਂਸਰ ਕਰਨ ਵਾਸਤੇ। ਨਾਲ ਹੀ ਦੇ ਨਾਲ ਲੋਕਡਾਊਨ ਵਿੱਚ ਇਸ ਵਾਰੀ 2020 ਵਾਲੇ ਪਹਿਲੇ ਲੋਕਡਾਊਨ ਵਿੱਚ ਮੈਂ ਆਪਣੇ ਪੈਰਾਂ ਨਾਲ ਗੱਡੀ ਚਲਾਉਣੀ ਸਿੱਖੀ, ਕਿਉਂਕਿ ਮੈਂ ਸੈਲਫ ਇੰਡੀਪੈਂਡੈਂਟ ਹੋਣਾ ਚਾਹੁੰਦਾ। ਸਭ ਤੋਂ ਪਹਿਲੀ ਗੱਲ ਹੈ ਜਿਹੜੀ ਕਿ ਮੈਂ ਸੈਲਫ ਇੰਡੀਪੈਂਡੈਂਟ ਪਰਸਨ ਬਣਨਾ ਚਾਹੁੰਦਾ ਆਪਣੀ ਲਾਈਫ ਵਿੱਚ। ਸੋ ਲਾਸਟ ਵਿੱਚ ਜਾਂਦੇ ਜਾਂਦੇ ਤੁਹਾਡੇ ਸਾਰਿਆਂ ਵਾਸਤੇ ਇੱਕ ਮੈਸੇਜ ਹੈ ਮੇਰਾ ਕਿ ਤੁਸੀਂ ਆਪਣੀ ਲਾਈਫ ਨਾਲ ਕੁਝ ਚੰਗਾ ਕਰਨਾ ਚਾਹੁੰਦੇ ਹੋ ਜਾਂ ਕੁਛ ਨਹੀਂ ਕਰਨਾ ਚਾਹੁੰਦੇ, ਇਹ ਤੁਸੀਂ ਚੂਜ਼ ਕਰੋਗੇ, ਕਿਉਂਕਿ ਆਪਣੀ ਲਾਈਫ ਨੂੰ ਤੁਸੀਂ ਇੱਕ ਸਹੀ ਰਸਤੇ ਉੱਪਰ ਆਪੇ ਲਾ ਸਕਦੇ ਹੋ। ਤੁਹਾਡੇ ਇਲਾਵਾ ਉਹ ਕੰਮ ਕੋਈ ਨਹੀਂ ਕਰ ਸਕਦਾ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।